328 ਜਿਹੜੇ ਸਰੂਪ ਨੇ, ਨਾ ਇਹ ਕੋਈ ਬੇਅਦਬੀ ਹੋਈ ਹੈ, ਨਾ ਇਹ ਕੋਈ ਲਾਪਤਾ ਹੋਏ ਨੇ, ਨਾ ਕੋਈ ਚੋਰੀ ਹੋਏ ਨੇ। ਇਹ ਜਿਹੜੇ ਸਰੂਪ ਨੇ ਔਰ ਜੋ ਸਾਡੇ ਕਰਮਚਾਰੀ ਸੀ ਔਰ ਉਹਨਾਂ ਨੇ ਆਪਣੇ ਲਾਲਚ ਬਸ ਹੋ ਕੇ ਜਿਹੜੀ ਉਹਦੀ ਪੈਸਾ ਸੀ ਆਪਣੀ ਜੇਬ ਵਿੱਚ ਪਾਈ ਸੀ ਔਰ ਇਮਾਨਤ ਵਿੱਚ ਖਿਆਨਤ ਕੀਤੀ ਗਈ, ਰਿਕਾਰਡ ਦੇ ਵਿੱਚ ਹੇਰਾਫੇਰੀ ਕੀਤੀ ਗਈ। ਇਹ ਸਾਰਾ ਕੁਝ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਹੈ ਡਾਕਟਰ ਈਸ਼ਰ ਸਿੰਘ ਨੇ ਲਿਖਿਆ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਵੀਰਵਾਰ ਨੂੰ ਪਾਕਿਸਤਾਨ ਸਥਿਤ ਸਿੱਖਾਂ ਦੇ ਇਤਿਹਾਸਿਕ ਧਾਰਮਿਕ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧਨ ISI ਸੰਗਠਨ ਦੇ ਐਕਿਊਟ ਟਰਸਟੀ ਪ੍ਰਾਪਰਟੀ ਬੋਰਡ ਨੂੰ ਸੌਂਪਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੁਆਰਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਗੈਰ ਸਿੱਖਾਂ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਾਕ ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣਾ ਚਾਹੀਦਾ ਹੈ ਅਤੇ ਜੋ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਤਰ੍ਹਾਂ ਮਰਿਆਦਾ ਨੂੰ ਕਾਇਮ ਰੱਖਣਾ ਹੈ ਤੇ ਕਿਉਂਕਿ ਜਿਨ੍ਹਾਂ ਨੂੰ ਮਰਿਆਦਾ ਬਾਰੇ ਨਹੀਂ ਪਤਾ ਉਹ ਕਿਵੇਂ ਵਧੀਆ ਪ੍ਰਬੰਧ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਸੇਵਾ ਸ਼੍ਰੋਮਣੀ ਕਮੇਟੀ ਨੂੰ ਵੀ ਦਿੱਤੀ ਜਾਂਦੀ ਹੈ ਤਾਂ ਉਹ ਪ੍ਰਬੰਧ ਕਰਨ ਲਈ ਤਿਆਰ ਹਨ। ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਅੰਤਰਗਤ ਕਮੇਟੀ ਵੱਲੋਂ ਬੈਠਕ ਕੀਤੀ ਜਾ ਰਹੀ ਹੈ ਤੇ ਜਿਸ ਵਿੱਚ ਮਤਾ ਪਾਇਆ ਜਾਵੇਗਾ। ਇਸ ਦੇ ਨਾਲ ਪਾਕਿਸਤਾਨ ਦੇ ਅੰਬੈਸਡਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਲਿਖ ਕੇ ਵੀ ਭੇਜੀ ਜਾਵੇਗੀ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਾਰੇ ਹੀ ਅੰਤਨ ਕਮੇਟੀ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਪੂਰੇ ਸਾਲ ਬਹੁਤ ਵਧੀਆ ਸਹਿਯੋਗ ਦੇ ਨਾਲ ਵਧੀਆ ਸਾਰੇ ਆਪਣੇ ਬੜਬੋਲੇ ਵਿਚਾਰਾਂ ਦੇ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਬੰਧ ਜਿਹੜਾ ਹੈ ਬੜੇ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਆਪਣੀਆਂ ਜਿਹੜੀਆਂ ਬੜਬੋਲੀਆਂ ਸਲਾਹਾਂ ਦਿੱਤੀਆਂ, ਪੂਰਾ ਸਹਿਯੋਗ ਦਿੱਤਾ। ਸਾਰਿਆਂ ਦਾ ਧੰਨਵਾਦ। ਦੂਸਰਾ, ਮੈਂ ਸਾਰੀ ਪ੍ਰੈਸ ਦਾ, ਸਮੁੱਚੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ। ਜਦੋਂ ਵੀ ਅਸੀਂ ਯਾਦ ਕਰਦੇ ਹਾਂ, ਜਦੋਂ ਵੀ ਕੋਈ ਗੱਲ ਆਉਣੀ, ਤੁਸੀਂ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਪੂਰਾ ਮੀਡੀਆ ਦੇ ਵਿੱਚ ਹਰ ਗੱਲ ਨੂੰ ਸਾਡੀ ਨੂੰ ਲੈ ਕੇ ਜਿਓਗੇ। ਇਸ ਕਰਦਾ ਮੈਂ ਸਾਰੇ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਦੂਜਾ ਜਿਹੜਾ ਮੁੱਖ ਅੱਜ ਵਿਸ਼ਾ ਚੱਲ ਰਿਹਾ ਹੈ ਉਹ ਹੈ ਪਾਕਿਸਤਾਨ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦਾ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਆਖਰੀ ਜ਼ਿੰਦਗੀ ਦਾ ਲੰਮਾ ਸਮਾਂ ਜਿਹੜਾ ਉੱਥੇ ਗੁਜ਼ਾਰਿਆ। ਕਿਰਤ ਕਰੋ ਦਾ ਸੰਦੇਸ਼ ਜਿਹੜਾ ਦਿੱਤਾ ਸੀ, ਸ੍ਰੀ ਕਰਤਾਰਪੁਰ ਦੀ ਧਰਤੀ ਤੋਂ ਆਪ ਹੱਥੀਂ ਹਲ ਵਾਹ ਕੇ ਸਾਰੇ ਸੰਸਾਰ ਨੂੰ ਦਿੱਤਾ ਸੀ। ਔਰ ਬੜੇ ਲੰਮੇ ਸਮੇਂ ਤੋਂ ਸਾਰੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੀ ਇੱਕ ਭਾਵਨਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਗੁਰੂ ਮਹਾਰਾਜ ਦੀ, ਗੁਰੂ ਨਾਨਕ ਦੇਵ ਸਾਹਿਬ ਦੀ ਕਿਰਪਾ ਹੋਈ ਤਾਂ ਦੋਨੇ ਸਰਕਾਰਾਂ ਨੇ ਫੈਸਲਾ ਕਰਕੇ ਜਿਹੜਾ ਉਹ ਲਾਂਘਾ ਖੋਲ੍ਹਿਆ ਗਿਆ। ਬਹੁਤ ਸਾਰੀਆਂ ਸਿੱਖ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਪ੍ਰਾਪਤ ਹੋਈਆਂ। ਔਰ ਪਿਛਲੇ ਸਮੇਂ ਤੋਂ ਲੈ ਕੇ ਜੋ ਕੋਵਿਡ-19 ਜਦੋਂ ਆਇਆ ਉਹਦਾ ਇਹ ਲਾਂਘਾ ਜਿਹੜਾ ਸੀ ਬੰਦ ਪਿਆ ਸੀ ਔਰ ਫਿਰ ਹੁਣ ਦੁਬਾਰਾ ਜਿਹੜਾ ਪਾਕਿਸਤਾਨ ਵੱਲੋਂ ਵੀ ਖੋਲ੍ਹਿਆ ਗਿਆ। ਅਸੀਂ ਭਾਰਤ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਵੇਂ ਹੋਰ ਸਾਰੇ ਧਰਮ ਸਥਾਨ ਖੋਲ੍ਹ ਦਿੱਤੇ ਗਏ ਨੇ ਜਾਂ ਮੌਲ ਖੋਲ੍ਹ ਦਿੱਤੇ, ਸਿਨੇਮੇ ਖੋਲ੍ਹ ਦਿੱਤੇ, ਵੀ ਇਹ ਜਿਹੜਾ ਸ੍ਰੀ ਕਰਤਾਰਪੁਰ ਦਾ ਲਾਂਘਾ ਹੈ ਇਹ ਵੀ ਤੁਰੰਤ ਖੋਲ੍ਹਿਆ ਜਾਵੇ ਤਾਂ ਕਿ ਸਾਰੀਆਂ ਸਿੱਖ ਸੰਗਤਾਂ ਨਾਨਕ ਨਾਮ ਲੇਵਾ ਖੁੱਲ੍ਹੇ ਤੌਰ 'ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣ। ਇੱਕ ਇਹ ਬੜੇ ਅਫਸੋਸ ਦੀ ਗੱਲ ਹੈ, ਬਹੁਤ ਦੁੱਖ ਹੋਇਆ ਇਹ ਗੱਲ ਸੁਣ ਕੇ ਕਿ ਪਾਕਿਸਤਾਨ ਦੀ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਜੋ ਉੱਥੇ ਦਾ ਪ੍ਰਬੰਧ ਹੈ ਉਹ ਆਪਣੇ ਹੱਥੀਂ ਲੈ ਲਿਆ ਹੈ। ਜੋ ਉਹਨਾਂ ਦੀ ਕੋਈ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਹੈ ਉਹਨੂੰ ਦਿੱਤਾ ਗਿਆ ਹੈ। ਇਹਦੇ ਨਾਲ ਸਾਰੇ ਸਿੱਖ ਹਿਰਦਿਆਂ ਦੇ ਵਿੱਚ ਬਹੁਤ ਜ਼ਿਆਦਾ ਸੱਟ ਲੱਗੀ ਹੈ ਔਰ ਸਿੱਖ ਹਿਰਦੇ ਮੈਂ ਸਮਝਦਾ ਦੁਖੀ ਹੋਏ ਨੇ ਇਸ ਦੇ ਨਾਲ, ਕਿਉਂਕਿ ਸ੍ਰੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਹੜਾ ਹਮੇਸ਼ਾ ਸਿੱਖ ਸੰਗਤਾਂ ਕਰਦੀਆਂ ਨੇ ਜਾਂ ਸਿੱਖਾਂ ਚੁਣੀ ਹੋਈ ਕੋਈ ਸੰਸਥਾ ਕਰਦੀ ਹੈ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਸੀ। ਕਿਉਂਕਿ ਇਹ ਸਿੱਖਾਂ ਨੂੰ ਹੀ ਪਤਾ ਹੁੰਦਾ ਹੈ ਜਾਂ ਪ੍ਰਬੰਧ ਕਮੇਟੀਆਂ ਨੂੰ ਉੱਥੋਂ ਦੀ ਮਰਿਆਦਾ ਦਾ, ਉੱਥੋਂ ਦੇ ਨਿਯਮਾਂ ਦਾ, ਜਿਸ ਤਰ੍ਹਾਂ ਦਾ ਉੱਥੇ ਕਰਨਾ ਹੈ। ਜੇ ਆਪਾਂ ਗੈਰ ਸਿੱਖ ਕਿਸੇ ਨੂੰ ਲਾ ਦਾਂਗੇ ਉਹ ਨਹੀਂ ਕਰ ਸਕਦੇ ਔਰ ਨਾ ਉਹਨੂੰ ਮਰਿਆਦਾ ਦਾ ਪਤਾ ਹੁੰਦਾ ਹੈ, ਨਾ ਉਹ ਚੰਗਾ ਪ੍ਰਬੰਧ ਕਰ ਸਕਦੇ ਨੇ ਔਰ ਜਿਸ ਦੇ ਮਨ ਦੇ ਵਿੱਚ ਸ਼ਰਧਾ ਸਤਿਕਾਰ ਹੁੰਦੀ ਹੈ ਉਹੀ ਅੱਛੀ ਤਰ੍ਹਾਂ ਉੱਥੋਂ ਦਾ ਪ੍ਰਬੰਧ ਕਰ ਸਕਦਾ ਹੈ।
और मैं इस गल की सरकार की ये जिहड़ा उन्होंने फैसला किया है उसकी घोर निंदा भी करदा। पाकिस्तान की सरकार नूं बेनती भी करदा कि ये अपने फैसले ते वो मुड़ गौर करन ताकि ये जिहड़ा प्रबंध है श्री करतारपुर साहिब का उत्थों की जिहड़ी पाकिस्तान गुरुद्वारा प्रबंध कमेटी है उन्होंने दिता जाए। ये लई असीं अज एक प्रस्ताव मता ही पाया गया है जिन्नी अंतर कमेटी वालों वो मते की कापी जिहड़ी है पाकिस्तान सरकार नूं भेजी जाएगी, भारत सरकार नूं भेजी जाएगी और उन्हां दे नाल विशेष तौर पर भी असीं चिट्ठी है जिहड़ी वो पाकिस्तान सरकार नूं भी लिखांगे, भारत सरकार नूं भी लिखांगे। सो अज एक चिट्ठी जिहड़ी है श्रोमणी गुरुद्वारा प्रबंध कमेटी वालों जो पाकिस्तान का अंबैसडर है उन्होंने दी जा रही है। दिल्ली गुरुद्वारा प्रबंध कमेटी के प्रधान सरदार मनजिंदर सिंह सिरसा जी श्रोमणी गुरुद्वारा प्रबंध कमेटी की चिट्ठी लैके उत्थे उन्होंने मिलणगे, बेनती करनगे कि जिहड़ा यह फैसला है बहुत मंदभागा फैसला है, ये सरकार नूं तुरंत जिहड़ा है ये वापस लेना चाहिए है। दूसरा है कि असी जो सालाना साडी चोण हुंदी है श्रोमणी गुरुद्वारा प्रबंध कमेटी की अहुदेदार अंतर कमेटी उहदी 27 नवंबर नूं और तेजा सिंह समुद्री हाल दे विच ये सालाना चोण रखी गई है जिहदे विच सारे अहुदेदार ते नवीं अंतर कमेटी जिहड़ी है वो चुनी जानी है। इस तरह श्रोमणी गुरुद्वारा प्रबंध कमेटी का 100 साला शताब्दी जिहड़ी है वो 15 नवंबर नूं मनाउण जा रहे हैं, जिहदे विच श्रोमणी गुरुद्वारा प्रबंध कमेटी वालों सारे प्रबंध उलीके गए ने। वख-वख असीं उहनूं बहुत चंगी तरह मनाउण दे लई सब कमेटियां भी अपनियां मैंबरां साहिबानां दियां और बना दित्तियां ने। पूरे जाहो जलाल दे नाल, पूरी सरधा सत्कार दे नाल ये जिहड़ा 100 साला शताब्दी है श्रोमणी गुरुद्वारा प्रबंध कमेटी की मनाई जानी है। और 15 तारीख नूं श्री अकाल तख्त साहिब विखे श्री अखंड पाठ साहिब प्रारंभ होणगे। 16 तरीक के दिन के दीवान रात नूं कवि दरबार बकायदा सारे धार्मिक दीवान सजाए जाएंगे। इस तरह मेन जिहड़ा मुख समागम होएगा वो 17 तरीक नूं गुरुद्वारा मंजी साहिब दीवान हाल विखे किया जाएगा, जिहदे विच कीर्तन दरबार ढाडी दरबार भी होएगा। 12 बजे जिहड़ियां साडीआं प्रमुख धार्मिक शख्सियतियां आउणगीआं सारे पंजाब दे विचों वख-वख थावां दे उत्तों और उन्हां दा सन्मान भी किया जाएगा, उन्हां दे विचार भी जिहड़े ने उत्थे सरवण किए जाणगे। इस तरह चित्रकला जिहड़ी प्रदर्शनी है वो भी 13 तरीक तो लैके 17 तरीक तक लाई जाएगी, जिस पूरा श्रोमणी गुरुद्वारा प्रबंध कमेटी का इतिहास है जिहड़ा वो चित्रकला के नाल दर्शाया जाएगा। जिन्नियां महान शख्सियतां होईयां ने, जिस तरह का कोई संघर्ष होया वो सारे उहदे विच दर्शाए जाणगे। तो इस तरह करके ये जिहड़ी है बाकी 17 तरीक नूं मेन समागम दे विच अगला पूरा साल जिहड़ा असीं अगला वो श्रोमणी गुरुद्वारा प्रबंध कमेटी 100 सालां नूं समर्पित होएगा, क्योंकि कोविड-19 करके असीं ये तैयारियां नहीं कर सके, बड़े समागम नहीं हो सकते। इस करके 17 तरीक तो ये 100 साला शताब्दी की आरंभता होएगी और अगले साल नवंबर के 15 नवंबर को जाके समाप्ति होनी है। उदों बड़े पद्धर ते जिहड़ा असीं 100 साला शताब्दी श्रोमणी गुरुद्वारा प्रबंध कमेटी की वो मनावांगे। इस तरह जो अजकल इशू चल रहा 328 स्वरूपों का, देखो पावन स्वरूपों की जिहड़ी है बड़े अफसोस की गल है कि जिहड़ी उत्थे घटना वापरी हैगी ये अज तो 5 साल पहलां दी है, 2015-16 की। और उदों जथेदार अवतार सिंह जी मक्कड़ उदों प्रधान सन, अंतर कमेटी सी, उन्हां दे वेले दी ये सारी घटना उदों वापरी सी। लेकिन असीं फिर भी सारिया सिख संगतां ने सानूं कहा कि निरपक्ख दी जांच कराई जाए। उहदे लई श्री अकाल तख्त साहिब नूं बेनती की गई और श्री अकाल तख्त साहिब ने डॉक्टर ईसर सिंह वो कमेटी नूं जिहड़ी उन्हां तों सारी इहदी इनकुआरी वो करवाई है और वो इनकुआरी साडे कोल अकाल तख्त साहिब ने भेजी है। और जिन्नियां भी सी जिहड़े भी दोषी पाए गए ने 16 दोषी वो इनकुआरी जिहड़ी डॉक्टर ईसर सिंह ने की है उहदे च पाए गए सी। उन्होंने ये गल अपनी इस इनकुआरी विच भी दसी है कि 328 जिहड़े स्वरूप ने ना ये कोई बेअदबी हुई है, ना ये कोई लापता होए ने, ना कोई चोरी होए ने। ये जिहड़े स्वरूप ने और जो साडे कर्मचारी सी और उन्होंने अपने लालच बस होके जिहड़ी उनकी भेटा सी अपने जेब दे विच पाई सी और अमानत विच खयानत की गई।
ਰਿਕਾਰਡ ਦੇ ਵਿੱਚ ਹੇਰਾਫੇਰੀ ਕੀਤੀ ਗਈ। ਇਹ ਸਾਰਾ ਕੁਝ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਹੈ ਡਾਕਟਰ ਈਸ਼ਰ ਸਿੰਘ ਨੇ ਲਿਖਿਆ। ਸੋ ਮੈਂ ਸਮਝਦਾ ਕਿ ਅਸੀਂ ਬਹੁਤ ਸਾਰੇ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ, ਕਈਆਂ ਨੂੰ ਅਸੀਂ ਮੁਅੱਤਲ ਵੀ ਕੀਤਾ, ਕਈਆਂ ਨੂੰ ਟਰਮੀਨੇਟ ਵੀ ਕੀਤਾ ਗਿਆ। ਜੋ ਵੀ ਬਣਦੀ ਸਜ਼ਾ ਸੀ ਉਹ ਜਿਹੜੀ ਆ ਦਿੱਤੀ ਗਈ। ਅਸੀਂ ਆਪ ਵੀ ਸਾਡੀ ਜਿਹੜੀ ਪੁਰਾਣੀ ਅੰਤਰ ਕਮੇਟੀ ਸੀ ਅਹੁਦੇਦਾਰ ਤੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਹਨਾਂ ਨੂੰ ਤਲਬ ਕੀਤਾ ਸੀ ਔਰ ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ। ਲੇਕਿਨ ਸਾਡੀ ਮੌਜੂਦਾ ਜਿਹੜੀ ਸੀ ਅਸੀਂ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਇਹ ਨਿਸ਼ਾਨਾ ਲੱਗਦਾ ਸੀ। ਅਸੀਂ ਆਪ ਜਾ ਕੇ ਔਰ ਖਿਮਾ ਜਾਚਨਾ ਜਿਹੜੀਆਂ ਮੰਗੀਆਂ ਸਮੁੱਚੀ ਸੰਗਤ ਤੋਂ, ਜੋ ਵੀ ਸਾਨੂੰ ਸੇਵਾ ਲਾਈ ਗਈ ਉਹ ਸਾਰੀ ਅੰਤਰ ਕਮੇਟੀ ਨੇ, ਸਾਰੇ ਅਹੁਦੇਦਾਰਾਂ ਨੇ ਜਿਹੜੀ ਹੈ ਉਹ ਸੇਵਾ ਕੀਤੀ ਹੈ, ਤੁਹਾਡੇ ਸਾਰੀ ਸਾਹਮਣੇ ਹੈ। ਲੇਕਿਨ ਮੈਂ ਇੱਕ ਦੱਸਣਾ ਚਾਹੁੰਦਾ ਕਿ ਅਸੀਂ ਅੱਜ ਇੱਕ ਫੈਸਲਾ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਲਈ ਜੋ ਵੀ ਇੱਕ ਹਾਈ ਪਾਵਰ ਕਮੇਟੀ ਬਣਾਵਾਂਗੇ, ਜਿਹਦੇ ਵਿੱਚ ਕੁਝ ਸਾਡੇ ਅਧਿਕਾਰੀ ਸ਼੍ਰੋਮਣੀ ਕਮੇਟੀ ਦੇ ਹੋਣਗੇ, ਬਾਕੀ ਅਸੀਂ ਵੱਖ-ਵੱਖ ਬਾਹਰਲੀਆਂ ਜਿਹੜੇ ਜਥੇਬੰਦੀਆਂ ਨੇ ਜਾਂ ਜੋ ਸੰਸਥਾਵਾਂ ਨੇ ਸਾਡੀਆਂ ਸਿੱਖ ਸੰਸਥਾਵਾਂ, ਉਹਨਾਂ ਤੋਂ ਕੁਝ ਬੰਦੇ ਲੈ ਕੇ ਇੱਕ ਹਾਈ ਪਾਵਰ ਕਮੇਟੀ ਬਣਾਵਾਂਗੇ ਔਰ ਉਹ ਆਪ ਸਾਰੀ ਜਾਂਚ ਕਰੂਗੀ ਇਸ ਮਸਲੇ ਦੀ। ਉਹ ਪਬਲੀਕੇਸ਼ਨ ਵਿਭਾਗ ਦੇ ਵਿੱਚ ਵੀ ਜਾਂਚ ਕਰੇਗੀ ਔਰ ਰਿਕਾਰਡ ਦੀ ਜਾਂਚ ਵੀ ਕਰੇਗੀ ਵੀ ਕਿੱਥੇ ਉਹ ਗਏ ਨੇ ਔਰ ਕਿੱਥੇ ਕਿ ਦਿੱਤੇ ਗਏ ਨੇ, ਕਿਹੜੀ ਸੰਗਤ ਲੈ ਗਈ। ਉਹ ਸਾਰੀ ਇਸ ਤਰ੍ਹਾਂ ਦੀ ਅਸੀਂ ਕਮੇਟੀ ਬਣਾਉਣ ਜਾ ਰਹੇ ਹਾਂ ਤਾਂ ਕਿ ਪੂਰੇ ਵਿਸਥਾਰ ਦੇ ਨਾਲ ਨਿਰਪੱਖ ਹੋ ਕੇ ਜਿਹੜੀ ਹੈ ਸਾਰੀ ਉੱਥੋਂ ਦਾ ਰਿਕਾਰਡ ਦੇਖ ਕੇ ਸਾਰਾ ਉਹ ਜਾਂਚ ਕਰੇਗੀ। ਉਹ ਸਾਰਾ ਰਿਕਾਰਡ ਅਜੇ ਤੱਕ ਐਸੇ ਸਥਾਨ ਦੇ ਵਿੱਚ ਹੈ ਜਿੱਥੋਂ ਉਹਨਾਂ ਦੇ ਵਿੱਚ ਕੋਈ ਤਬਦੀਲੀ ਨਾ ਕੀਤੀ ਜਾ ਸਕੇ। ਬਿਲਕੁਲ ਤੁਹਾਡੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਸਾਰਾ ਰਿਕਾਰਡ ਸਾਡੇ ਪਬਲੀਕੇਸ਼ਨ ਵਿਭਾਗ 'ਚ ਹੈ। ਇੱਕ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਡਾਕਟਰ ਈਸ਼ਰ ਸਿੰਘ ਨੇ ਉਹ ਰਿਕਾਰਡ ਨੂੰ ਪੂਰਾ ਲੈਮੀਨੇਸ਼ਨ ਕੀਤਾ ਹੈ ਵੀ ਉਹਦੇ ਵਿੱਚ ਕੋਈ ਹੇਰਾਫੇਰੀ ਨਾ ਕਰ ਸਕੇ, ਕੋਈ ਬਾਹਰ ਕੱਢ ਨਾ ਸਕੇ। ਪੂਰਾ ਲੈਮੀਨੇਸ਼ਨ ਕਰਕੇ ਉਹ ਸਾਰਾ ਰਿਕਾਰਡ ਜਿਹੜਾ ਸਾਡਾ ਪਬਲੀਕੇਸ਼ਨ ਵਿਭਾਗ ਦੇ ਵਿੱਚ ਪੂਰਾ ਰੱਖਿਆ ਹੋਇਆ ਹੈਗਾ। ਜਦੋਂ ਤੁਸੀਂ ਸਾਰੇ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰ ਚੁੱਕੇ ਹੋ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਉਹਦਾ ਇੱਕ ਫੈਸਲਾ ਡਾਕਟਰ ਈਸ਼ਰ ਸਿੰਘ ਜਾਂਚ ਕਮਿਸ਼ਨ ਦਾ ਸੀ ਕਿ 7.5 ਕਰੋੜ ਰੁਪਈਆ ਸਤਿੰਦਰ ਸਿੰਘ ਕੋਹਲੀ ਐਂਡ ਕੰਪਨੀ ਕੋਲ ਲਿਆ ਜਾਵੇਗਾ। ਉਹਦੀ ਕਾਰਵਾਈ ਕਿੱਥੋਂ ਤੱਕ ਪਹੁੰਚ ਚੁੱਕੀ? ਉਹਦਾ ਅਸੀਂ ਜਿਹੜਾ ਅਸੀਂ ਨੋਟਸ ਉਹਨੂੰ ਲੀਗਲ ਨੋਟਸ ਭੇਜ ਚੁੱਕੇ ਹਾਂ ਜੀ, ਤੇ ਉਹ ਨੋਟਸ ਦਾ ਉਹਨੇ ਸਾਨੂੰ ਜਵਾਬ ਦਿੱਤਾ ਹੈ। ਦੇਣਾ ਕਿ ਲੇਕਿਨ ਅਜੇ ਆਇਆ ਨਹੀਂ। ਦੇਖੋ ਤੁਸੀਂ ਇਸ ਨੋਟਿਸ ਨੂੰ ਜਨਤਕ ਨਹੀਂ ਕੀਤਾ। ਦੇਖੋ ਮੈਂ ਇਹਦੇ ਕਰਕੇ ਸ਼ੰਕਾ ਹੈ। ਬਿਲਕੁਲ ਮੈਂ ਨੋਟਿਸ ਨੂੰ ਜਨਤਕ ਨਹੀਂ ਕੀਤਾ। ਘੱਟੋ ਘੱਟ ਇੱਕ ਅਹਿਮ ਜਾਣਕਾਰੀ ਸੀ, ਅਹਿਮ ਜਾਂਚ ਦਾ ਹਿੱਸਾ ਸੀ। ਇਹਦਾ 1.5 ਮਹੀਨਾ ਹੋ ਗਿਆ ਨੋਟਿਸ ਦਿੱਤੇ। ਇਹ ਸਾਡੀ ਇੱਕ ਜਿਹੜੀ ਕਾਨੂੰਨੀ ਅਸੀਂ ਇੱਕ ਕਮੇਟੀ ਬਣਾਈ ਸੀ, ਸਾਡੇ ਜਨਰਲ ਸੈਕਟਰੀ ਨੇ, ਐਡਵੋਕੇਟ ਨੇ ਧਾਮੀ ਸਾਹਿਬ, ਇਹਨਾਂ ਦੀ ਅਗਵਾਈ ਵਿੱਚ ਹੋਰ ਵੀ ਇਹਨਾਂ ਨਾਲ ਐਡਵੋਕੇਟ ਲੈ ਗਏ ਨੇ। ਇਹਨਾਂ ਨੇ ਸਾਰੀ ਉਹ ਕੀਤੀ ਹੈ, ਇਹ ਦੇਖ ਰਹੇ ਨੇ ਸਾਰਾ ਕਾਨੂੰਨੀ ਪ੍ਰਕਿਰਿਆ ਨੂੰ, ਸਾਰਾ ਇਹ ਦੇਖ ਰਹੇ ਨੇ ਵੀ ਕਿਸ ਤਰ੍ਹਾਂ ਕੇਸ ਕਰਨਾ, ਕਿਸ ਤਰ੍ਹਾਂ। ਜਿਹੜਾ ਕੋਹਲੀ ਦਾ ਜਵਾਬ ਪੰਜਾਬੀ ਚ ਤੇ ਇੰਗਲਿਸ਼ ਦੇ ਵਿੱਚ ਉਹ ਮੇਰੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਨੂੰ ਵੀ ਭੇਜ ਚੁੱਕਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਭੇਜ ਚੁੱਕਾ ਹੈ। ਉਹਦੀ ਕਾਪੀ ਤੇ ਮੇਰੇ ਕੋਲ ਵੀ ਆ ਚੁੱਕੀ ਹੈ। ਨਹੀਂ, ਉਹਦੀ ਇਦਾਂ ਸੀ, ਉਹਨੇ ਪਹਿਲਾਂ ਰਿਪਰੈਜ਼ੈਂਟੇਸ਼ਨ ਦਿੱਤੀ ਸੀਗੀ ਸਾਨੂੰ। ਅਸੀਂ ਜਿਹੜਾ ਉਹਨੂੰ ਨੋਟਿਸ ਆ ਉਹ ਤੋਂ ਬਾਅਦ ਭੇਜਿਆ। ਉਹਨੇ ਪਹਿਲਾਂ ਆਪਣੀ ਸਫਾਈ ਦੇ ਵਿੱਚ ਸਾਨੂੰ ਭੇਜੇ ਸੀ ਕੁਝ ਆਪਣੀ ਰਿਪਰੈਜ਼ੈਂਟੇਸ਼ਨ ਦੇ ਤੌਰ ਦੇ ਉੱਤੇ, ਪਰ ਅਸੀਂ ਜਿਹੜਾ ਇਹ ਕਾਨੂੰਨੀ ਕਾਰਵਾਈ ਕਰਾਂਗੇ। ਅਦਾਲਤ ਜਾਵਾਂਗੇ, ਅਦਾਲਤ ਜਾ ਕੇ ਕਾਨੂੰਨੀ ਜੋ ਕਾਨੂੰਨੀ ਪ੍ਰਕਿਰਿਆ ਉਹ ਆਰੰਭੀ ਹੋਈ ਹੈ, ਅਸੀਂ ਸਾਰਾ ਕੇਸ ਲੜਾਂਗੇ। ਹਾਈ ਪਾਵਰ ਜਿਹੜੀ ਆਪਾਂ ਕਮੇਟੀ ਬਣਾਵਾਂਗੇ, 16 ਦੋਸ਼ੀ ਤੇ ਡਾਕਟਰ ਈਸ਼ਰ ਸਿੰਘ ਕਮਿਸ਼ਨ ਨੇ ਐਲਾਨ ਦਿੱਤੇ ਨੇ। ਜੇ ਉਹ ਹਾਈ ਪਾਵਰ ਨੇ ਕਿਹਾ ਵੀ ਇਹ ਵਿੱਚੋਂ ਦੋਸ਼ੀ ਹੈ ਹੀ ਨਹੀਂ, ਇਹਦਾ ਕਸੂਰ ਹੀ ਕੋਈ ਨਹੀਂ ਸੀ, ਉਹ ਮੰਨਿਆ ਜਾਊਗਾ ਜੀ ਬਾਅਦ ਚੋਂ? ਨਹੀਂ, ਉਹਦੇ ਨਾਲ ਨਹੀਂ ਉਹ ਕਰਨੀ ਗੱਲ। ਤਾਂ ਇਹ ਜੋ ਦੋਸ਼ੀ ਪਾਤੇ ਉਹਨਾਂ ਨੇ ਉਹਦੇ ਉੱਤੇ ਸਾਰਾ ਕਰੇਗੀ ਉਹ। ਇਹ ਨਹੀਂ ਹੈਗਾ ਵੀ ਕੋਈ ਵੱਖਰਾ, ਉਹ ਪੂਰਾ ਮੰਥਨ ਕਰੂਗੀ ਉਹਦਾ। ਦੋਸ਼ੀਆਂ ਦਾ ਵੀ ਮੰਥਨ ਕੀਤਾ ਜਾਊਗਾ ਜੀ। ਹਾਂ, ਸਾਰਾ ਕੁਝ। ਠੀਕ ਹੈ, ਉਹ ਦੇਖੋ ਤੁਸੀਂ ਜਿਹੜੀ ਗੱਲ ਕੀਤੀ ਉਹ ਸਿਰਫ ਕੋਹਲੀ ਦੀ ਸੀ ਕਿਉਂਕਿ ਤੇ ਪੈਸੇ ਵਾਪਸ ਲੈਣੇ ਸੀ, ਇਸ ਕਰਕੇ ਸਾਰਾ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਦੂਸਰੀਆਂ ਜਿਹੜੀਆਂ ਸੀਆਂ ਅਸੀਂ ਉਹ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨਾਲ ਜੁੜੀ ਹੋਈ ਮਸਲਾ ਸੀ, ਇਸ ਕਰਕੇ ਬਹੁਤ ਸਾਰੇ ਸਿੱਖ ਸੰਸਥਾਵਾਂ ਵੱਲੋਂ ਬਹੁਤ ਸਾਰੇ ਵਿਦਵਾਨਾਂ ਨੂੰ ਸਾਨੂੰ ਇਹ ਗੱਲ ਕਹੀ ਗਈ ਵੀ ਇਹ ਤੁਸੀਂ ਉੱਥੇ ਨਾ ਲੈ ਕੇ ਜਾਓ, ਆਪਣਾ ਅਦਾਲਤ ਵਿੱਚ ਨਹੀਂ ਇਹਦਾ ਕੋਈ ਫੈਸਲਾ ਹੋਣਾ। ਇਹ ਸਭ ਤੋਂ ਵੱਡੀ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਤੇ ਉੱਥੇ ਲੈ ਕੇ ਜਾਓ ਵੀ ਉਹ ਉੱਥੇ ਹੀ ਫੈਸਲਾ ਹੋਣਾ। ਅੱਜ ਜਿਹੜੀ ਹਾਈ ਪਾਵਰ ਜਿਹੜੀ ਆ ਕੋਰਟ ਦੇ ਵਿੱਚ ਚਲੇ ਗਏ, ਹਾਈ ਕੋਰਟ ਦੇ ਵਿੱਚ, ਉਹਨਾਂ ਬਾਰੇ ਸ਼੍ਰੋਮਣੀ ਕਮੇਟੀ
ਉਹਨਾਂ ਦਾ ਸਾਡੀ ਜਿਹੜੀ ਅਸੀਂ ਕਾਨੂੰਨੀ ਲੜਾਈ ਉਹਦਾ ਵਕੀਲ ਕਰਕੇ ਲੜਾਂਗੇ, ਜੇ ਉੱਥੇ ਗਏ ਨੇ ਉਹਦਾ ਜਵਾਬ ਦੇਵਾਂਗੇ ਸਾਰੀ ਗੱਲਬਾਤ। ਉਹ ਅੱਜ ਸਿੱਕੇ ਗਏ ਆ, ਅਸੀਂ ਸਾਡਾ ਵਕੀਲ ਵਗੈਰਾ ਪੇਸ਼ ਹੋਇਆ, ਉੱਥੇ ਕੈਬਨਿਟ ਦੀ ਐਪਲੀਕੇਸ਼ਨ ਪਾਈ ਸੀ, ਉਹਦਾ ਨੋਟਿਸ ਹੋ ਗਿਆ। ਇਨ ਡਿਊ ਕੋਰਸ ਆਫ ਲਾ ਉਹ ਲੜਾਈ ਪੂਰੇ ਵੱਡੇ ਪੱਧਰ ਤੇ ਲੜੀ ਜਾਊਗੀ। ਕੋਈ ਇਲੈਕਸ਼ਨ ਅੱਜ ਤੁਹਾਡੀ ਜਿਹੜੀ ਐਗਜੈਕਟਿਵ ਹੈ 2019-20 ਵਾਲੀ, ਉਹਦਾ ਆਖਰੀ ਫੈਸਲਾ ਹੈ ਕਿ ਆਉਣ ਵਾਲੀ ਐਗਜੈਕਟਿਵ ਜਿਹੜੀ ਨਵੰਬਰ ਚ ਆਉਣੀ ਆ, ਉਹ ਤੁਹਾਡੇ ਫੈਸਲੇ ਮੰਨਣ ਲਈ ਪਾਬੰਦ ਹੈ? ਕਿਉਂਕਿ ਅਕਸਰ ਇਹੋ ਦੇਖਿਆ ਜਾਂਦਾ, ਇੱਕ ਐਗਜੈਕਟਿਵ ਫੈਸਲਾ ਲੈਂਦੀ ਹੈ, ਦੂਜੀ ਆ ਕੇ ਬਦਲ ਦਿੰਦੀ ਹੈ। ਅਸੀਂ 2017-18 ਦੇ ਫੈਸਲੇ ਦੇ ਲਈਏ ਤੇ ਸਾਹਮਣੇ ਨਹੀਂ ਇਸ ਗੱਲ ਨਹੀਂ ਹੁੰਦੀ। ਦੇਖੋ ਸਾਰੀ ਇਹ ਜਿਹੜੇ ਮਸਲੇ ਨੇ, ਕੋਈ ਸਾਡਾ ਇਹ ਨਹੀਂ, ਇਹ ਸਾਂਝੇ ਮਸਲੇ ਨੇ ਸਾਰੇ, ਕੋਈ ਨਿੱਜੀ ਮਸਲਾ ਨਹੀਂ ਕਿਸੇ ਦਾ, ਤੇ ਸਾਰੇ ਪਾਬੰਦ ਹੋਣਗੇ ਮੰਨਣ। 2015 ਤੋਂ ਲੈ ਕੇ 16 ਤੋਂ ਲੈ ਕੇ ਤੁਹਾਡੇ ਫੈਸਲੇ ਜਿਹੜੇ ਆ, ਨਾਲੇ ਮੈਂ ਉਹ ਦੱਸਦਾ, ਇਹ ਜਿਹੜੀ ਕਮੇਟੀ ਬਣਾਈ ਹੈ ਨਾ, ਇਹ ਕੋਈ ਜਾਂਚ ਕਮੇਟੀ ਨਹੀਂ ਬਣਾਈ ਹੈਗੀ ਅਸੀਂ, ਇਹ ਮੰਥਨ ਕਮੇਟੀ ਹੈ ਵੀ ਇਹਦਾ ਸਾਰਾ ਰਿਵਿਊ ਕਰੂਗੀ ਸਾਰੇ ਪਾਸੇ। ਕਿਹੜੀਆਂ ਗਲਤ ਫਹਿਮੀਆਂ ਲੋਕ ਰੋਜ਼ ਪਾਈ ਜਾਂਦੇ ਨੇ, ਫਲਾਣੇ ਥਾਂ ਭੀੜ ਚਲੀ ਗਈ ਜੀ, ਆਹ ਹੋ ਗਈ, ਉਹ ਸਾਰਾ ਕੁਝ ਮੰਥਨ ਕਰੇਗੀ, ਉਹ ਸਾਰਾ ਕੁਝ ਦੇਖੀ, ਸਾਰਾ ਇਹ ਮੰਥਨ ਕਰੇਗੀ, ਹਰ ਚੀਜ਼ ਮੰਥਨ ਕਰੇਗੀ। ਪਤਾ ਨਹੀਂ ਪੈਸਿਆਂ ਦਾ ਗਬਨ ਤਦ ਹੁੰਦਾ ਹੈ ਕਿ ਜੇ ਪਤਾ ਹੋਵੇ ਕਿ ਫਲਾਣੀ ਚੀਜ਼ ਫਲਾਣੇ ਨੂੰ ਦਿੱਤੀ ਸੀ, ਇਹਦੇ ਪੈਸੇ ਨੇ ਜੇਬ ਚ ਪਾ ਲਿਆ। ਇੱਥੇ ਤੱਕ ਪਤਾ ਹੀ ਨਹੀਂ ਕਿ 328 ਸੂਟ ਦਿੱਤੇ ਕਿਹਨੂੰ ਨੇ। ਤੁਸੀਂ ਕਹਿ ਰਹੇ ਹੋ ਪੈਸੇ ਜੇਬ ਚ ਪਾ ਲਏ ਨੇ, ਪਰ 328 ਬਾਰੇ ਦਾ ਫੈਸਲਾ ਪਹਿਲਾਂ ਇਹ ਤਾਂ ਡਾਕਟਰ ਈਸ਼ਰ ਸਿੰਘ ਨੇ ਦਿੱਤਾ ਹੈ, ਉਹਦੇ ਵਿੱਚ ਉਹਨੇ ਬਕਾਇਦਾ ਆਪਦੀ ਕੀਤੀ ਹੈ ਪੂਰੀ ਇਨਕੁਆਇਰੀ, ਇੱਕ ਮਹੀਨਾ ਲਾ ਕੇ ਉਹਨਾਂ ਨੇ ਕੀਤੀ ਹੈ ਸਾਰਾ। ਉਹਨਾਂ ਨੇ ਆਪਦੀ ਇਨਕੁਆਇਰੀ ਵਿੱਚ ਇਹ ਗੱਲ ਕੀਤੀ ਹੈ ਸਰ। ਜਾਂਚ ਕਮਿਸ਼ਨ ਸਾਰੀ ਰਿਪੋਰਟ ਜਨਤਕ ਕਰਤੀ, ਸਾਰੇ ਰਿਪੋਰਟਾਂ ਨਹੀਂ, ਉਹਨਾਂ ਦੀ ਰਿਪੋਰਟ ਦੇ ਵਿੱਚ ਇਹ ਆ ਕਿ ਇਹ ਸਿੱਖ ਸੰਗਤਾਂ ਦੇ ਘਰਾਂ 'ਚ ਗਏ ਆ ਜਿੱਥੇ ਉਹਨੇ ਕਿਹਾ ਹੈਗਾ ਵੀ ਇਹ ਰਿਕਾਰਡ ਜੇਰਾ ਫਿਰੀ ਕੀਤੀ ਹੈ, ਇਹ ਪੈਸੇ ਇਹਨਾਂ ਨੇ ਆਪਣੀ ਜੇਬ 'ਚ ਪਾਏ ਨੇ, ਸਾਰਾ ਕੁਝ ਲਿਖਿਆ ਉਹਦੇ 'ਚ। ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਇਹ ਵੀ ਕਹਿੰਦੀ ਆ ਕਿ ਜਿਸ ਕੋਹਲੀ ਕੋਲੋਂ ਆਪਾਂ ਆਡਿਟ ਕਰਾਣਾ ਸੀ, ਉਸ ਕੋਹਲੀ ਦੀ ਹਰੇਕ ਅੰਤਰਿਮ ਕਮੇਟੀ ਜਿਹੜੀ ਹੈਗੀ ਆ ਸਰਵਿਸ ਦੇ ਵਿੱਚ ਵਾਧਾ ਕਰਦਾ ਰਿਹਾ, ਉਹਦੇ ਠੇਕੇ 'ਚ ਵਾਧਾ। ਇਸੇ ਰਿਕਵਰੀ ਕਿਹਾ ਉਹਨਾਂ ਨੇ, ਇਹ ਦੋਸ਼ੀ ਕਿਤੇ ਨਹੀਂ ਲਿਖਿਆ ਹੋਇਆ। ਨਹੀਂ, ਉਹਨੇ ਲਿਖਿਆ ਜ਼ਿੰਮੇਵਾਰੀ ਲਿਖੀ ਹੈ ਜੀ, ਉਹਨੇ ਲਿਖਿਆ ਦੋਸ਼ੀ ਬਹੁਤ ਫਰਕ ਹੈ। ਨਹੀਂ ਬਾਰੀ ਲਿਖਿਆ ਜੀ ਉਹਨੇ, ਉਹਦਾ ਲਿਖੀ ਦਾ ਫੈਸਲਾ ਤੁਹਾਡਾ ਜਿਹੜੀ ਸਾਡੇ ਕੋਲ ਆਈ ਯਾਰ, ਕਿ ਜਿਹੜਾ ਉਹਨਾਂ ਨੇ ਸਿਰਫ ਕਰਾਉਣ ਦੇ ਵਿੱਚ ਵੀ ਉਹਨਾਂ ਨੇ ਜੋ ਸਾਨੂੰ ਉਦੇਸ਼ ਦਿੱਤਾ, ਉਹਨਾਂ ਨੇ ਸਿਰਫ ਇਹੀ ਕਿਹਾ ਵੀ ਉਹ ਤੋਂ ਵਾਪਸ ਕਰਾਏ ਜਾਣ, ਇਹ ਰਿਕਵਰੀ ਕਰਾਈ ਜਾਵੇ। ਰਿਕਵਰੀ ਦਾ ਲਫ਼ਜ਼ ਵਰਤਿਆ, ਰਿਕਵਰੀ ਅਸੀਂ ਕਰਾ, ਉਹਦੀ ਫਾਈਨਲ ਰਿਪੋਰਟ 'ਚ ਰਿਕਵਰੀ ਲਿਖਿਆ। ਜਿਹੜਾ ਕੋਹਲੀ ਵਾਲਾ ਪੈਰਾ ਨਾ ਨਹੀਂ, ਉਹ ਪੜ੍ਹ ਲਿਓ ਦੁਬਾਰਾ ਨਹੀਂ, ਕੀ ਜਿਹੜੀ 10 ਪੇਜਾਂ ਵਾਲੀ ਪੜ੍ਹ ਲਓ। ਮੈਂ ਕਿਹਾ 10 ਪੇਜਾਂ ਸਿੰਘ ਪੜ੍ਹੋ 1000 ਰੁਪਏ। 1000 ਵੱਖਰਾ ਆ। ਤੁਹਾਨੂੰ ਚਿੱਠੀ ਲਿਖ ਰਿਹਾ, ਤੁਸੀਂ ਉਹਦਾ ਵਾਅਦਾ ਕਰ ਰਹੇ ਹੋ 10% ਦਾ। ਇਹ ਚਲੋ ਇਹ ਪਾਰਟ ਆਫ ਲੀਗਲ ਪ੍ਰੋਸੀਡਿੰਗ ਆ। ਇਹ ਲੀਗਲ ਹੈ ਨਾ ਸਾਰਾ। ਸਾਨੂੰ ਲੱਗੂਗਾ ਐਪਰੀਹੈਂਸ਼ਨ ਤੇ ਅਸੀਂ ਜਿਹੜਾ ਵੀ ਇਨ ਡਿਊ ਕੋਰਸ ਆਫ ਲਾ ਜਿਹੜਾ ਸਾਨੂੰ ਪ੍ਰੋਸੈਸ ਅਪਲਾਈ ਕਰਨਾ ਪਊ ਅਸੀਂ ਕਰਾਂਗੇ। ਅਸੀਂ ਚਾਹੁੰਦੇ ਵੀ ਉਹ ਸਿੱਖਾਂ ਕੋਲ, ਉੱਥੋਂ ਦੇ ਸਿੱਖਾਂ ਕੋਲ ਸਾਰਾ ਪ੍ਰਬੰਧ ਰਹਿਣਾ ਚਾਹੀਦਾ। ਪ੍ਰਾਈਮ ਦੇ ਲਈ ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ।